ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੜ੍ਹੇ ਲਿਖੇ ਬੱਚਿਆਂ ਨੂੰ, ਭੈਣ ਭਰਾਵਾਂ ਨੂੰ, ਯਾਰਾਂ ਦੋਸਤਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਅਜਿਹਾ ਤੋਹਫਾ ਨਾ ਮਿਲੇ ਜੋ ਪੰਜਾਬ ਦੇ ਵਿੱਚ ਮੌਜੂਦ ਕਾਂਗਰਸ ਸਰਕਾਰ ਨੇ ਬੇਰੁਜ਼ਗਾਰ ਈਟੀਟੀ ਤੇ ਟੈਟ ਪਾਸ ਅਧਿਆਪਕਾਂ ਨੂੰ ਹੋਲੀ ਮੌਕੇ ਦਿੱਤਾ ਹੈ, ਤਾਂ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ। ਹੋਲੀ ਮੌਕੇ ਡਾਂਗਾਂ ਦੇ ਨਾਲ ਪਏ ਨੀਲ ਦਾ ਰੰਗ ਤੇ ਜ਼ਖਮਾਂ ਦੇ ਵਿੱਚੋਂ ਰਿਸਤੇ ਹੋਏ ਖੂਨ ਦਾ ਲਾਲ ਰੰਗ ਤੋਹਫੇ ਵਜੋਂ ਮਿਲਿਆ ਹੈ ਸੂਬਾ ਸਰਕਾਰ ਤੋਂ ਬੇਰੁਜ਼ਗਾਰ ਈਟੀਟੀ ਤੇ ਟੈਟ ਪਾਸ ਅਧਿਆਪਕਾਂ ਨੂੰ। ਉੱਤੇ ਜਾ ਕੇ ਕੀ ਉਹ ਰਜਿਸਟਰੀ ਕਰਾਉਣ ਗਏ ਸੀਗੇ ਮੋਤੀ ਮਹਿਲ ਦੀ? ਉਹ ਤੇ ਸਿਰਫ ਮੰਗਣ ਗਏ ਸੀਗੇ, ਢੋਲ ਵਜਾ ਕੇ ਦੱਸਣ ਗਏ ਸੀ ਵੀ ਤੁਸੀਂ ਸੁੱਤੇ ਨਾ ਰਹੋ, ਤੁਸੀਂ ਵਾਅਦਾ ਕੀਤਾ ਘਰ ਘਰ ਰੁਜ਼ਗਾਰ। ਕੀ ਉਹਨਾਂ ਨੂੰ ਹੁਣ ਇਸ ਵੇਲੇ ਇਸ ਮੌਕੇ ਤੇ ਆ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਡੇ ਲੋਕਾਂ ਨੂੰ ਅਕਲ ਆਏਗੀ? ਜੇ ਅਕਲ ਆ ਜਾਂਦੀ ਤਾਂ ਮੈਨੂੰ ਲੱਗਦਾ ਪੰਜਾਬ ਦਾ ਘਾਣ ਨਾ ਹੁੰਦਾ। ਕਹਿੰਦੇ ਵੀ ਸ਼ੇਰ ਕੱਲਾ ਹੁੰਦਾ ਪਰ ਗਿੱਦੜ ਜਿਹੜੇ ਉਹ ਪਿੱਛੇ ਲੱਗ ਜਾਂਦੇ ਨੇ। ਅਸੀਂ ਗਿੱਦੜ ਬਣ ਗਏ ਸ਼ੇਰਾਂ ਦੀ ਕੌਮ। ਪੋਲੀਟੀਸ਼ੀਅਨਾਂ ਨੇ ਉਹ ਜਿਹੜੀਆਂ ਸੰਸਥਾਵਾਂ ਜਿੱਥੋਂ ਸਾਡੇ ਹੱਕ ਦੀ ਗੱਲ ਕੀਤੀ ਜਾਣੀ ਆ, ਉਹ ਸੰਸਥਾਵਾਂ ਤੇ ਕਾਬਜ ਹੋ ਕੇ ਸਾਡਾ ਖੂਨ ਪੀਣਾ ਸ਼ੁਰੂ ਕੀਤਾ। ਉਹ ਸੰਸਥਾਵਾਂ ਨੂੰ ਇੰਨਾ ਕੁਝ ਛੁਡਵਾਉਣਾ ਪਏਗਾ। ਕੈਪਟਨ ਸਾਹਿਬ ਇੱਕ ਵਾਅਦਾ ਦੱਸ ਦਿਓ ਜੋ ਤੁਸੀਂ ਮੁਲਾਜ਼ਮਾਂ ਨਾਲ ਪੂਰਾ ਕੀਤਾ। ਮੈਂ ਮੁਲਾਜ਼ਮ ਲੀਡਰ ਹੋਣ ਦੇ ਨਾਤੇ ਤੁਹਾਡੇ ਕੋਲ ਪੁੱਛ ਰਿਹਾ, ਕਿਹੜਾ ਵਾਅਦਾ ਕੀਤਾ? ਡੀਏ ਤੁਸੀਂ ਨਹੀਂ ਦਿੱਤਾ, ਏਰੀਅਰ ਤੁਸੀਂ ਨਹੀਂ ਦਿੱਤੀ, ਪੇ ਕਮਿਸ਼ਨ ਤੁਸੀਂ ਨਹੀਂ ਦਿੱਤਾ, ਪੁਰਾਣੀ ਪੈਨਸ਼ਨ ਤੁਸੀਂ ਨਹੀਂ ਦਿੱਤੀ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ, ਉਲਟਾ ਉਹਨਾਂ ਨੂੰ ਤੁਸੀਂ ਕੁੱਟ ਰਹੇ ਹੋ। ਮੈਂ ਕਰਾਂਗਾ, ਬਾਕੀ ਵੀ ਸਾਥੀਆਂ ਨੂੰ ਅਪੀਲ ਕਰਾਂਗਾ, ਜੇ ਬਚਣਾ ਰਾਜਨੀਤੀ ਕਰੋ ਕਰੋ ਕਰੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੜ੍ਹੇ ਲਿਖੇ ਬੱਚਿਆਂ ਨੂੰ, ਭੈਣ ਭਰਾਵਾਂ ਨੂੰ, ਯਾਰਾਂ ਦੋਸਤਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਅਜਿਹਾ ਤੋਹਫਾ ਨਾ ਮਿਲੇ ਜੋ ਪੰਜਾਬ ਦੇ ਵਿੱਚ ਮੌਜੂਦ ਕਾਂਗਰਸ ਸਰਕਾਰ ਨੇ ਬੇਰੁਜ਼ਗਾਰ ਈਟੀਟੀ ਤੇ ਟੈਟ ਪਾਸ ਅਧਿਆਪਕਾਂ ਨੂੰ ਹੋਲੀ ਮੌਕੇ ਦਿੱਤਾ ਹੈ, ਤਾਂ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਹੋਲੀ ਮੌਕੇ ਡਾਂਗਾਂ ਦੇ ਨਾਲ ਪਏ ਨੀਲ ਦਾ ਰੰਗ ਤੇ ਜ਼ਖਮਾਂ ਦੇ ਵਿੱਚੋਂ ਰਿਸਤੇ ਹੋਏ ਖੂਨ ਦਾ ਲਾਲ ਰੰਗ ਤੋਹਫੇ ਵਜੋਂ ਮਿਲਿਆ ਹੈ ਸੂਬਾ ਸਰਕਾਰ ਤੋਂ ਬੇਰੁਜ਼ਗਾਰ ਈਟੀਟੀ ਤੇ ਟੈਟ ਪਾਸ ਅਧਿਆਪਕਾਂ ਨੂੰ। ਤੁਸੀਂ ਕਈ ਸਰਕਾਰਾਂ ਆਪਣੇ ਲੋਕਾਂ ਨੂੰ, ਮੁਲਾਜ਼ਮਾਂ ਨੂੰ ਤੋਹਫੇ ਦਿੰਦੀਆਂ ਸੁਣੀਆਂ ਹੋਣਗੀਆਂ, ਪਰ ਅਜਿਹਾ ਤੋਹਫਾ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਦਿੱਤਾ ਹੋਣਾ। ਜ਼ਿਆਦਾ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸੁਖਚੈਨ ਸਿੰਘ ਖਹਿਰਾ ਜੀ, ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਨੇ। ਤੇ ਪਹਿਲਾ ਸਵਾਲ ਮੈਂ ਇਹੋ ਕਰਾਂਗਾ, ਖਹਿਰਾ ਸਾਹਿਬ, ਦੀਵਾਲੀ ਮੌਕੇ ਸਰਕਾਰ ਵੱਲੋਂ ਤੋਹਫਾ ਕਿਹੜਾ ਮਿਲਿਆ ਸੀ? ਦੇਖੋ ਜਿਹੋ ਜਿਹਾ ਤੋਹਫਾ ਪਟਿਆਲੇ ਦੇ ਵਿੱਚ ਦਿੱਤਾ ਗਿਆ, ਇਹੋ ਜਿਹੇ ਤੋਹਫੇ ਸਾਡੇ ਨਸੀਬ ਦੇ ਵਿੱਚ ਲਿਖੇ ਆ। ਹਰ ਵਾਰ ਸਾਡੇ ਸਾਥੀ ਇਹ ਸੋਚਦੇ ਆ ਕਿ ਇਸ ਤਿਉਹਾਰ ਦੇ ਉੱਤੇ ਕੋਈ ਤੋਹਫਾ ਮਿਲੇਗਾ, ਪਰ ਉਹਨਾਂ ਦੇ ਪੱਲੇ ਮਿਊਸੀ ਹੀ ਪੈਂਦੀ ਰਹੀ ਆ। ਕਦੀ ਇਹ ਨਹੀਂ ਹੋਇਆ ਪਿਛਲੇ 4 ਸਾਲਾਂ 'ਚ ਵੀ ਕੋਈ ਤਿਉਹਾਰ ਦੇ ਮੌਕੇ 'ਤੇ ਸਰਕਾਰ ਵੱਲੋਂ ਸਾਨੂੰ ਕੋਈ ਖੁਸ਼ੀ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੋਵੇ। ਹਰ ਵਾਰ ਸਾਡੇ ਵੇਲੇ ਜਦੋਂ ਕੋਈ ਤਿਉਹਾਰ ਆਉਂਦਾ, ਸਾਨੂੰ ਦੇਣ ਦੀ ਥਾਂ 'ਤੇ ਉਹਨਾਂ ਵੱਲੋਂ ਇੱਕ ਜਿਹੜਾ ਘੜਿਆ ਘੜਾਇਆ ਜਵਾਬ ਦਿੱਤਾ ਜਾਂਦਾ ਕਿ ਖਜ਼ਾਨਾ ਖਾਲੀ ਆ, ਸਾਡਾ ਪੀਪਾ ਖਾਲੀ ਆ, ਅਸੀਂ ਕੁਝ ਦੇ ਨਹੀਂ ਸਕਦੇ। ਮੁਲਾਜ਼ਮ ਅੱਗੇ ਹੀ ਬਹੁਤ ਕੁਝ ਲੈ ਰਹੇ ਨੇ, ਪਰ ਗੱਲ ਇਹ ਆ ਕਿ ਜੇ ਸਾਡੇ ਲਈ ਕੁਝ ਨਹੀਂ ਹੈਗਾ, ਜਦੋਂ ਕਹਿ ਦਿੰਦੇ ਵੀ ਇਹ ਤਨਖਾਹਾਂ ਵੱਧ ਲੈਂਦੇ ਨੇ, ਤਾਂ ਇੱਕ ਸਵਾਲ ਜ਼ਰੂਰ ਮਨ ਦੇ ਵਿੱਚ ਆਉਂਦਾ ਕਿ ਜਿਹੜੇ ਸਾਡੇ ਨੇੜਲੇ ਜਿੰਨੇ ਵੀ ਰਾਜ ਨੇ, ਉਹਨਾਂ ਤੋਂ ਵੱਧ ਤਨਖਾਹਾਂ ਸਾਡੀ ਪੰਜਾਬ ਸਰਕਾਰ ਦੇ ਵਜ਼ੀਰ, MLA ਲੈ ਰਹੇ ਨੇ। 10 ਤਰ੍ਹਾਂ ਦੇ ਭੱਤੇ ਲੈ ਰਹੇ ਨੇ, ਘਰਾਂ ਦੇ ਵਿੱਚ ਸੁੱਖ ਸੁਵਿਧਾ ਲੈ ਰਹੇ ਨੇ, ਕੋਠੀਆਂ ਦੀ ਰੈਨੋਵੇਸ਼ਨ ਕਰਾਈ ਜਾ ਰਹੀ ਹੈ। ਤੇ ਜੇ ਖਜ਼ਾਨਾ ਖਾਲੀ ਆ ਤੇ ਤੁਹਾਡੇ ਕੋਲ ਜਿਹੜੇ ਪੈਸੇ ਖਰਚਣ ਲਈ ਕਿੱਥੋਂ ਆ ਰਹੇ, ਤੇ ਸਾਡੀ ਵਾਰੀ ਖਜ਼ਾਨਾ ਖਾਲੀ ਕਿਉਂ ਹੋ ਜਾਂਦਾ? ਸੋ ਇਹੋ ਜਿਹੇ ਬਹੁਤ ਸਾਰੇ ਗੱਲਾਂ ਜੋ ਜ਼ਿਹਨ ਦੇ ਵਿੱਚ ਆਉਂਦੀਆਂ ਨੇ ਕਿ ਇਹ ਸਰਕਾਰ ਕਰ ਕੀ ਰਹੀ ਹੈ, ਇਹ ਦੋਗਲਾਪਨ ਕਿਉਂ ਦਿਖਾ ਰਹੀ ਹੈ। ਸੋ ਸਾਡੇ ਲਈ ਤਿਉਹਾਰਾਂ ਦੀ ਜਿਹੜੀ ਉਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਰਹਿ ਜਾਂਦੀ, ਪਰ
ਦੁਨਿਆਵੀ ਤੌਰ ਤੇ ਜੋ ਸਾਡੇ ਸ਼ਹੀਦਾਂ ਨੇ, ਜੋ ਸਾਡੇ ਗੁਰੂ ਸਾਹਿਬਾਨਾਂ ਨੇ ਰਸਤਾ ਦਿਖਾਇਆ, ਅਸੀਂ ਤਿਉਹਾਰ ਮਨਾਉਂਦੇ ਜ਼ਰੂਰ ਹਾਂ। ਸਰਕਾਰ ਦੇ ਦੋਗਲੇਪਨ ਤੇ ਵੀ ਮੈਂ ਆਵਾਂਗਾ, ਕਿਉਂਕਿ ਤੁਹਾਨੂੰ ਸਵਾਲ ਪੁੱਛਣਾ ਇਸ ਕਰਕੇ ਜ਼ਰੂਰੀ ਹੈ ਖਹਿਰਾ ਸਾਹਿਬ, ਕਿਉਂਕਿ ਤੁਸੀਂ ਮੁਲਾਜ਼ਮਾਂ ਦੀ ਅਗਵਾਈ ਵੀ ਕਰਦੇ ਹੋ, ਉਹਨਾਂ ਦੇ ਵਿੱਚ ਵਿਚਰਦੇ ਵੀ ਹੈਗੇ ਹੋ, ਤੇ ਜਦੋਂ ਭੈਣ ਭਰਾਵਾਂ ਦੇ ਨਾਲ ਅਜਿਹਾ ਤਸ਼ੱਦਦ ਹੋ ਰਿਹਾ ਹੋਵੇ, ਇੱਕ ਵੱਡੇ ਭਰਾ ਨੂੰ ਪੁੱਛਣਾ ਸਵਾਲ ਵੀ ਬਣਦਾ ਹੈ। ਤੁਹਾਨੂੰ ਲੱਗਦਾ ਹੈ ਵੀ ਜੋ ਡਾਂਗਾਂ ਕੱਲ ਪਟਿਆਲੇ ਦੇ ਵਿੱਚ ਉਹਨਾਂ ਭੈਣ ਭਰਾਵਾਂ ਤੇ ਵਰਾਈਆਂ ਗਈਆਂ ਨੇ, ਨੀਲ ਪਏ ਨੇ, ਫ੍ਰੈਕਚਰ ਹੋਏ ਨੇ, ਖੂਨ ਨਿਕਲਿਆ ਹੈ, ਤੇ ਇਹ 2022 ਤੱਕ ਕੀ ਆਉਣ ਵਾਲੀਆਂ ਪੁਸ਼ਤਾਂ ਤੱਕ ਇਹ ਤੋਹਫਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ? ਜੇਕਰ ਸਾਡੇ ਪੰਜਾਬ ਵਾਸੀ ਇੱਕ ਚੀਜ਼ ਯਾਦ ਰੱਖਣ ਕਿ ਸਾਡੀਆਂ ਮਾਵਾਂ ਭੈਣਾਂ, ਦੋਸਤਾਂ, ਬੇਲੀਆਂ, ਸਾਰਿਆਂ ਨਾਲ ਜੋ ਹਾਲਾਤ ਕੀਤੇ ਜਾ ਰਹੇ ਨੇ, ਅਸੀਂ ਬਰਗਾੜੀ ਕਾਂਡ ਵੀ ਭੁੱਲ ਜਾਂਦੇ ਹਾਂ, ਅਸੀਂ ਹੋਰ ਕਾਂਡ ਵੀ ਭੁੱਲ ਜਾਂਦੇ ਹਾਂ। ਔਰ ਇਹ ਦੇਖੋ ਪਟਿਆਲੇ ਦੇ ਵਿੱਚੋਂ ਵਿਚਾਰੇ ਗਏ ਕੀ ਕਰਨ ਸੀ? ਤੁਸੀਂ ਕਹਿ ਰਹੇ ਹੋ, ਸਾਡੀ ਸਰਕਾਰ ਕਹਿ ਰਹੀ ਹੈ ਘਰ ਘਰ ਰੁਜ਼ਗਾਰ, ਤੇ ਜਦੋਂ ਘਰ ਘਰ ਰੁਜ਼ਗਾਰ ਤੁਸੀਂ ਕਹਿ ਰਹੇ ਹੋ ਤਾਂ ਕਈ ਸਾਲਾਂ ਤੋਂ ਰੁਜ਼ਗਾਰ ਮੰਗ ਰਹੇ ਨੇ, ਤੇ ਜੇ ਉਹ ਤੁਹਾਡੇ ਘਰ ਚਲੇ ਗਏ ਤਿਉਹਾਰ ਦੇ ਮੌਕੇ ਤੇ ਵੀ ਤੁਸੀਂ ਸਾਨੂੰ ਰੁਜ਼ਗਾਰ ਦੇ ਦਿਓ, ਤੇ ਉਹਦੇ ਵਿੱਚ ਕੀ ਗੁਨਾਹ ਸੀਗਾ? ਜੇਕਰ ਉੱਥੇ ਚਲੇ ਜਾਂਦੇ ਰਾਜ ਮਹਿਲ ਦੇ ਅੱਗੇ, ਜਿਹਨੂੰ ਮੋਤੀ ਮਹਿਲ ਕਿਹਾ ਜਾਂਦਾ, ਅੱਜ ਵੀ ਰਜਵਾੜਾ ਸ਼ਾਹੀ ਜਿਹੜੀ ਜੀਵਤ ਆ, ਭਾਵੇਂ ਲੋਕਤੰਤਰ ਆ, ਉੱਤੇ ਜਾ ਕੇ ਕੀ ਉਹ ਰਜਿਸਟਰੀ ਕਰਾਉਣ ਗਏ ਸੀਗੇ ਮੋਤੀ ਮਹਿਲ ਦੀ? ਉਹ ਤੇ ਸਿਰਫ ਮੰਗਣ ਗਏ ਸੀਗੇ, ਢੋਲ ਵਜਾ ਕੇ ਦੱਸਣ ਗਏ ਸੀ ਵੀ ਤੁਸੀਂ ਸੁੱਤੇ ਨਾ ਰਹੋ, ਤੁਸੀਂ ਵਾਅਦਾ ਕੀਤਾ ਘਰ ਘਰ ਰੁਜ਼ਗਾਰ। ਤੁਸੀਂ ਅਖਬਾਰਾਂ ਦੇ ਪੰਨਿਆਂ ਦੇ ਉੱਤੇ ਇਸ਼ਤਿਹਾਰ ਲਾ ਰਹੇ ਹੋ, ਪਰ ਜੇ ਤੁਸੀਂ ਇੰਨਾ ਇਸ਼ਤਿਹਾਰ ਲਾ ਰਹੇ ਹੋ, ਸਾਡੀ ਨੌਕਰੀ ਕਿੱਥੇ ਆ? ਅਸੀਂ ਬਾਲ ਬੱਚੇ ਜਿਹੜੇ ਆ ਪਾਲਣੇ ਆ, ਉਹਨਾਂ ਦਾ ਪਾਲਣ ਪੋਸ਼ਣ ਕਰਨਾ, ਅਸੀਂ ਜੀਵਨ ਦਾ ਨਿਰਵਾਹ ਕਰਨਾ। ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਵੈਲਫੇਅਰ ਲਈ ਅਸੀਂ ਤੁਹਾਨੂੰ ਚੁਣਿਆ ਸੀ, ਉਹ ਯਾਦ ਕਰਾਉਣ ਗਏ ਸੀ, ਤੇ ਤੁਸੀਂ ਜਦੋਂ ਚਿੜ ਕੇ ਉਹਨਾਂ ਦੇ ਉੱਤੇ ਡਾਂਗਾ ਫੇਰੋ, ਉਹਨਾਂ ਨੂੰ ਕੁੱਟੋ, ਉਹਨਾਂ ਦੀਆਂ ਲੱਤਾਂ ਤੋੜ ਦਿਓ, ਫ੍ਰੈਕਚਰ ਕਰ ਦਿਓ। ਕਿੱਥੋਂ ਦਾ ਲੋਕਤੰਤਰ? ਫਿਰ ਅਸੀਂ ਕਿਉਂ ਕਹਿੰਦੇ ਹਾਂ ਲੋਕਤੰਤਰ ਆ, ਜਦ ਅਸੀਂ ਲੋਕਾਂ ਨੂੰ ਜਾ ਕੇ ਦੱਸਦੇ ਹਾਂ ਭਾਈ ਇਹ ਲੋਕਤੰਤਰ ਤੁਸੀਂ ਦਿੱਤਾ, ਤੇ ਤੁਸੀਂ ਖੜੇ ਹੋ, ਤੁਸੀਂ ਜਿਨ੍ਹਾਂ ਨੂੰ ਤਾਕਤ ਬਖਸ਼ੀ ਉਹਨਾਂ ਕੋਲ ਤਾਕਤ ਖੋਲੋ, ਤਾਂ ਉਹ ਕਹਿਣ ਲੱਗ ਜਾਂਦੇ ਨੇ ਕਿ ਸ਼ਾਇਦ ਇਹ ਲੋਕ ਜਿਹੜੀ ਇਹ ਚੀਜ਼ ਦਾ ਪ੍ਰਚਾਰ ਕਰ ਰਹੇ ਨੇ, ਇਹ ਐਮਐਲਏ ਬਣਨਾ ਚਾਹੁੰਦੇ ਨੇ। ਉਹ ਯਾਰ ਮੈਨੂੰ ਦੱਸੋ ਕਿ ਅਸੀਂ ਸਾਰੀ ਜ਼ਿੰਦਗੀ ਕੁੱਟ ਹੀ ਖਾਂਦੇ ਰਹਿਣਾ? ਲੋਕਤੰਤਰ 'ਚ ਸਾਨੂੰ ਸਿਰਫ ਵੋਟਾਂ ਹੀ ਦੇਣ ਲਈ ਚੁਣਿਆ ਗਿਆ ਕਿ ਤੁਸੀਂ ਵੋਟਾਂ ਦਿਓ, 5 ਸਾਲ ਬੈਠੋ, ਫਿਰ ਅਸੀਂ ਤੁਹਾਨੂੰ ਕੁੱਟੀਏ? ਕਿ ਇਹੀ ਲੋਕਤੰਤਰ? ਅਸੀਂ ਆਜ਼ਾਦੀ ਲਈ ਸੀਗੀ ਕਾਰਪੋਰੇਟ ਘਰਾਣਿਆਂ ਤੋਂ। ਕਿਹੜਾ ਕਾਰਪੋਰੇਟ ਘਰਾਣਾ? ਈਸਟ ਇੰਡੀਆ ਕੰਪਨੀ। ਤੇ ਅੱਜ ਉਹਦੇ ਵਰਗੇ ਕਈ ਘਰਾਣੇ ਬਣ ਗਏ ਜੋ ਸਾਨੂੰ ਗੁਲਾਮ ਕਰਨ ਲੱਗੇ ਹੋਏ ਨੇ, ਤੇ ਇਹ ਸਰਕਾਰਾਂ ਉਹਨਾਂ ਦੀਆਂ ਹੱਥ ਠੋਕਾ ਬਣ ਗਈਆਂ। ਸੋ ਪ੍ਰਚਾਰ ਦੀ ਲੋੜ ਆ ਕਿ ਵੱਧ ਤੋਂ ਵੱਧ ਲੋਕਾਂ 'ਚ ਦਸੀਏ ਭਈ ਤੁਹਾਡਾ ਘਾਣ ਹੋ ਰਿਹਾ, ਤੁਹਾਨੂੰ ਕੁੱਟ ਪੈ ਰਹੀ, ਅੱਜ ਉਹਨਾਂ ਦੇ ਪਈ, ਕੱਲ ਅਸੀਂ ਤੁਸੀਂ ਵੀ ਹੋ ਸਕਦੇ ਹਾਂ। ਤੇ ਜੇ ਬਚਣਾ, ਖੜੇ ਹੋ ਜਾਓ। ਜਿਹੜੀ ਤੁਸੀਂ ਉਹ ਤਾਕਤ ਤੁਸੀਂ ਉਹਨਾਂ ਨੂੰ ਦੱਸੀ ਦਿੱਤੀ ਹੈ, ਉਹ ਤਾਕਤ ਆਪਣੇ ਹੱਥ 'ਚ ਰੱਖੋ ਤਾਂ ਕਿ ਤੁਹਾਡਾ ਘਾਣ ਨਾ ਹੋ ਸਕੇ। ਜਿਹੜੇ ਕੱਲ ਸਾਡੇ ਭੈਣ ਭਰਾ ਉੱਥੇ ਗਏ ਸੀ, ਜਿਨ੍ਹਾਂ ਨੂੰ ਡਾਂਗਾਂ ਮਾਰੀਆਂ ਗਈਆਂ, ਜਿਨ੍ਹਾਂ ਨਾਲ ਤਸ਼ੱਦਦ ਹੋਈ ਹੈ, ਉਹਨਾਂ ਨੂੰ ਮੈਂ ਸਲਾਮ ਕਰਾਂਗਾ, ਕਿਉਂਕਿ ਉਹ ਜਾਗਦੀ ਜ਼ਮੀਰ ਵਾਲੇ ਨੇ। ਮੇਰੇ ਖਿਆਲ 'ਚ ਜਿਨ੍ਹਾਂ ਤੱਕ ਉਹ ਵੀਡੀਓ ਪਹੁੰਚੀ ਵੀ ਹੋਣੀ ਹੈ ਭਾਜੀ, ਉਹਨਾਂ ਦੀ ਵੀ ਜ਼ਮੀਰ ਨੂੰ ਹਲੂਣਾ ਦਾ ਵੱਜਿਆ ਹੋਣਾ ਹੈ ਨਾ, ਵੀ ਜਿਹੜੀ ਸਰਕਾਰਾਂ ਨੂੰ ਤਾਕਤ ਅਸੀਂ ਦਿੱਤੀ ਹੈ, ਅੱਜ ਉਸ ਤਾਕਤ ਦੀ ਦੁਰਵਰਤੋਂ ਕਰਕੇ ਸਾਡੇ ਨਾਲ ਹੀ ਉਹ ਤਸ਼ੱਦਦ ਕਰ ਰਹੀਆਂ ਨੇ। ਕਿ ਉਹਨਾਂ ਨੂੰ ਹੁਣ ਇਸ ਵੇਲੇ ਇਸ ਮੌਕੇ ਤੇ ਆ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਡੇ ਲੋਕਾਂ ਨੂੰ ਅਕਲ ਆਏਗੀ? ਜੇ ਅਕਲ ਆ ਜਾਂਦੀ ਤਾਂ ਮੈਨੂੰ ਲੱਗਦਾ ਪੰਜਾਬ ਦਾ ਘਾਣ ਨਾ ਹੁੰਦਾ। ਮੈਂ ਵੀ ਵਿੱਚ ਆਪਣੇ ਆਪ ਨੂੰ ਗਿਣ ਰਿਹਾ ਕਿ ਅਸੀਂ ਲੋਕ ਬੇਅਕਲੇ ਹੋ ਗਏ ਪੰਜਾਬੀ। ਅਸੀਂ ਜਿਹੜੀਆਂ ਹੁੰਦੀਆਂ ਕਹਿੰਦੇ ਵੀ ਸ਼ੇਰ ਕੱਲਾ ਹੁੰਦਾ ਪਰ ਗਿੱਦੜ ਜਿਹੜੇ ਉਹ ਪਿੱਛੇ ਲੱਗ ਜਾਂਦੇ ਨੇ, ਅਸੀਂ ਗਿੱਦੜ ਬਣ ਗਏ, ਸ਼ੇਰਾਂ ਦੀ ਕੌਮ। ਅਸੀਂ ਇਹਨਾਂ ਦੇ ਮਗਰ ਲੱਗ ਤੁਰੇ ਹਾਂ, ਅਸੀਂ ਉਹ ਪਾਰਟੀ ਦੇ ਨਾਲ ਵਚਨਬੱਧ ਹੋ ਗਏ ਹਾਂ ਜਿਹੜੇ ਸਾਡਾ ਸ਼ੋਸ਼ਣ ਕਰ ਰਹੇ ਨੇ। ਅਸੀਂ ਉਹਨਾਂ ਦੇ ਹੀ ਜਿਹੜੇ ਆ ਨੌਕਰ ਬਣ ਕੇ ਜਿਹੜੇ ਵਿਚਰ ਰਹੇ ਹਾਂ ਇਸ ਪੰਜਾਬ ਦੇ ਵਿੱਚ। ਜਿੰਨੀ ਦੇਰ ਇਹ ਪਰੰਪਰਾ ਉਲਟਦੀ ਨਹੀਂ ਗਈ, ਜਿੰਨੀ ਦੇਰ ਅਸੀਂ ਇਹ ਨਹੀਂ ਸੋਚਦੇ ਕਿ ਇਹ ਤਾਕਤ ਅਸੀਂ ਇਹਨਾਂ ਕੋਲ ਖੋਹਣੀ ਹੈ ਜਿਹੜੀ ਅਸੀਂ ਦਿੱਤੀ ਹੋਈ ਆ। ਜਿੱਦਣ ਅਸੀਂ ਅਵੇਅਰ ਹੋ ਗਏ, ਜੇਕਰ ਅਸੀਂ ਇਹ ਚੀਜ਼ਾਂ ਭੁੱਲ ਗਏ ਜਿਵੇਂ ਅੱਗੇ ਭੁੱਲਦੇ ਰਹੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਸ਼ਾਸਕ ਬਣੇ ਰਹਿਣਗੇ। ਇਹ ਇੱਕ ਇਲਾਈਟ ਗਰੁੱਪ ਆ। ਇਹ ਇਲਾਈਟ ਗਰੁੱਪ ਕੀ ਕਰਦਾ? ਜਿਨ੍ਹਾਂ ਨੂੰ ਤੁਸੀਂ ਚੁਣਦੇ ਹੋ, ਇਹ ਅੱਗੇ ਜਾ ਕੇ ਵਿਕ ਜਾਂਦਾ। ਇਹ ਵਿਕ ਕੇ ਉਹੀ ਕੁਛ ਕਰਦਾ ਜੋ ਇਹਨਾਂ ਨੂੰ ਸਿਖਾਇਆ ਜਾਂਦਾ। ਪਰ ਜਦੋਂ ਤੁਸੀਂ ਖੁਦ ਆਓਗੇ ਔਰ ਇੰਨਾ ਹੌਸਲਾ ਰੱਖੋਗੇ ਕਿ ਅਸੀਂ ਵਿਕਣਾ ਨਹੀਂ ਹੈ, ਤੇ ਉਸ ਸਮੇਂ ਪੰਜਾਬ ਵੀ ਬਦਲੂਗਾ, ਡਾਂਗਾ ਤੋਂ ਵੀ ਬਚਾਂਗੇ, ਸਾਡੇ ਹੱਕ ਵੀ ਮਿਲਣਗੇ। ਇਹ ਚੀਜ਼ ਸਮਝਣ ਦੀ ਲੋੜ ਆ, ਪ੍ਰਚਾਰਨ ਦੀ ਲੋੜ ਆ ਕਿ ਤਾਕਤ ਪੋਲਿਟਿਕਸ ਦੇ ਵਿੱਚ ਆ। ਕਿਉਂ? ਇਹ ਪੋਲੀਟੀਸ਼ੀਅਨਾਂ ਨੇ ਉਹ ਜਿਹੜੀਆਂ ਸੰਸਥਾਵਾਂ
ਜਿੱਥੋਂ ਸਾਡੇ ਹੱਕ ਦੀ ਗੱਲ ਕੀਤੀ ਜਾਣੀ ਆ, ਉਹ ਸੰਸਥਾਵਾਂ ਤੇ ਕਾਬਜ ਹੋ ਕੇ ਸਾਡਾ ਖੂਨ ਪੀਣਾ ਸ਼ੁਰੂ ਕੀਤਾ। ਉਹ ਸੰਸਥਾਵਾਂ ਨੂੰ ਇੰਨਾ ਕੁਝ ਛੁਡਵਾਉਣਾ ਪਏਗਾ। ਜਿਵੇਂ ਪਹਿਲੇ ਇੱਕ ਲਹਿਰ ਚੱਲੀ ਸੀ, ਅਕਾਲੀ ਦਲ ਦੀ ਲਹਿਰ ਚੱਲੀ ਸੀਗੀ, ਜਦੋਂ ਗੁਰਦੁਆਰੇ ਦੀਆਂ ਕੁੰਜੀਆਂ ਚਾਬੀਆਂ ਲਈਆਂ ਗਈਆਂ ਸੀ, ਉਹਨੂੰ ਇਹੋ ਜਿਹੇ ਲੋਕ ਗੁਰਦੁਆਰਿਆਂ ਤੇ ਕਾਬਜ ਹੋ ਗਏ ਸੀਗੇ ਜਿਨ੍ਹਾਂ ਨੂੰ ਮਹੰਤ ਕਿਹਾ ਜਾਂਦਾ ਸੀ। ਬੜੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਅਸੀਂ ਆਪਣੇ ਉਹ ਸੰਸਥਾਨ, ਧਾਰਮਿਕ ਸਥਾਨ ਉਹਨਾਂ ਤੋਂ ਆਜ਼ਾਦ ਕਰਾਏ ਸੀ। ਅੱਜ ਇਹ ਸਮਾਜਿਕ ਸੰਸਥਾਨ ਜਿਹੜੇ ਆ, ਇਹ ਜਿਹੜੀ ਆ ਬਲੀਦਾਨ ਦੇ ਕੇ ਇਹਨਾਂ ਤੋਂ ਆਜ਼ਾਦ ਕਰਾ ਕੇ ਕੁਝ ਨਵੀਂ ਜਿਹੜੀ ਆ ਸੋਚ ਲੈ ਕੇ ਅੱਗੇ ਆਣੀ ਪਊਗੀ। ਬਿਲਕੁਲ, ਅਸੀਂ ਦੋਗਲੇਪਨ ਦੀ ਗੱਲ ਕੀਤੀ ਸੀ ਪਹਿਲਾਂ, ਤੁਸੀਂ ਸਰਕਾਰਾਂ ਦੇ ਦੋਗਲੇਪਨ ਦੀ। ਕੱਲ ਪਟਿਆਲੇ ਦੇ ਵਿੱਚ ਮੋਤੀ ਮਹਿਲ ਵੱਲ ਨੂੰ ਜਾ ਰਹੇ ਅਧਿਆਪਕਾਂ ਨੂੰ, ਭੈਣਾਂ ਭਰਾਵਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ। ਮੈਂ ਕਹਿੰਦਾ ਕੋਈ ਡੰਗਰਾਂ ਨੂੰ ਵੀ ਇੰਨਾ ਨਹੀਂ ਕੁੱਟਦਾ ਹੋਣਾ ਜਿੰਨਾ ਤਸ਼ੱਦਦ ਉਹਨਾਂ ਦੇ ਨਾਲ ਹੋਇਆ ਹੈ। ਦੂਜੇ ਪਾਸੇ ਸੀਐਮ ਦੇ ਸਰਕਾਰੀ ਨਿਵਾਸ ਦੇ ਬਾਹਰ ਜਦੋਂ ਭਾਜਪਾ ਵਾਲੇ ਬੈਠੇ, ਉਹਨਾਂ ਨੂੰ ਹੱਥ ਵੀ ਨਹੀਂ ਲਾਇਆ ਗਿਆ। ਇਹੀ ਦੋਗਲੀ ਨੀਤੀ। ਮੈਂ ਪਹਿਲੇ ਕਿਹਾ ਇੱਕ ਇਲਾਈਟ ਗਰੁੱਪ ਆ, ਉਹ ਇਲਾਈਟ ਗਰੁੱਪ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਉਹ ਉਹਨਾਂ ਦੇ ਹਮ ਖਿਆਲ ਹੁੰਦਾ, ਉਹ ਉਹਨਾਂ ਦੇ ਜਿਹੜੇ ਹੱਕ ਉਹਨਾਂ ਨੂੰ ਪ੍ਰੋਟੈਕਟ ਕਰਦਾ, ਉਹਨਾਂ ਨੂੰ ਫਿਜ਼ੀਕਲੀ ਪ੍ਰੋਟੈਕਟ ਕਰਦਾ। ਸੋ ਕੱਲ ਵੀ ਇਵੇਂ ਹੋਇਆ, ਉਹਨਾਂ ਨੇ ਉਹ ਜਿਹੜੇ ਬੀਜੇਪੀ ਦੇ ਅਲਾਈਟ ਗਰੁੱਪ ਦੇ ਮੈਂਬਰ ਗਏ, ਉਹਨਾਂ ਨੂੰ ਪ੍ਰੋਟੈਕਟ ਕੀਤਾ ਗਿਆ। ਉਹਨਾਂ ਨੇ ਨੰਗੇ ਧੜ ਹੋ ਕੇ ਸੀਐਮ ਦੀ ਕੋਠੀ ਦੇ ਅੱਗੇ ਧਰਨਾ ਦਿੱਤਾ, ਪਰਜੀਵੀ ਬਣੇ, ਪਰ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਇੱਥੇ ਜਿਹੜੇ ਵਿਚਾਰੇ ਗਰੀਬ ਲੋਕ ਜਿਹੜਾ ਆਪਣਾ ਹੱਕ ਮੰਗਣ ਗਏ ਸੀ, ਕੁਝ ਨਹੀਂ ਸੀ ਕਰਨਗੇ। ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਦਿੱਤੀਆਂ ਸੀਗੀਆਂ, ਜਿਹੜੇ ਬੀਜੇਪੀ ਵਾਲੇ, ਉਹ ਤੇ ਉਹਨਾਂ ਦੇ ਓਪੋਨੈਂਟ ਸੀ, ਉਹ ਉਹਨਾਂ ਦੇ ਕਈ ਜਿਹੜੇ ਸਾਥੀ ਗਏ, ਉਹਨਾਂ ਨੇ ਵੋਟਾਂ ਦੇ ਕੇ ਸਰਕਾਰ ਨੂੰ ਲਿਆਂਦਾ, ਉਹਨਾਂ ਨੂੰ ਕੁੱਟਿਆ ਬੁਰੀ ਤਰ੍ਹਾਂ ਨਾਲ, ਉਹਨਾਂ ਨੂੰ ਲਹੂ ਲਹਾਨ ਕੀਤਾ। ਇਹ ਕੀ ਲੋਕਤੰਤਰ ਆ? ਮੈਂ ਬਾਰ-ਬਾਰ ਕਹਿੰਦਾ, ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ। ਇਹ ਰਾਜਾਸ਼ਾਹੀ, ਇਹ ਹਿਟਲਰਸ਼ਾਹੀ, ਇਹ ਡਿਕਟੇਟਰਸ਼ਿਪ ਜਿਹੜੀ ਆ ਉਹ ਪਣਪ ਚੁੱਕੀ ਆ। ਅਸੀਂ ਗੁਲਾਮ ਹੋ ਚੁੱਕੇ ਆ। ਅਸੀਂ ਮੰਨਦੇ ਨਹੀਂ ਕਿਉਂਕਿ ਸਾਨੂੰ ਦਿਖ ਨਹੀਂ ਰਿਹਾ, ਪਰ ਮਾਨਸਿਕ ਤੌਰ ਤੇ ਅਸੀਂ ਇੰਨੇ ਕਮਜ਼ੋਰ ਹੋ ਗਏ ਹਾਂ ਕਿ ਜੇ ਕੋਈ ਆਵਾਜ਼ ਉਠਾਉਂਦਾ, ਇਸ ਬਾਰੇ ਗੱਲ ਕਰਦਾ, ਉਹਨੂੰ ਵੀ ਇਹ ਕਹਿ ਦਿੱਤਾ ਜਾਂਦਾ ਇਹ ਰਾਜਨੀਤੀ ਕਰਦਾ, ਜਦ ਕਿ ਰਾਜਨੀਤੀ ਕਰਨੀ ਬਣਦੀ ਹੈ ਘਰ ਤੋਂ ਸ਼ੁਰੂ ਹੁੰਦੀ ਹੈ। ਜੋ ਸਮਾਜ ਦੀ ਛੋਟੀ ਇਕਾਈ ਪਰਿਵਾਰ ਆ ਤੇ ਉੱਪਰ ਤੱਕ ਜਾਂਦੀ ਹੈ, ਇਹ ਕਰਨੀ ਬਣਦੀ ਹੈ। ਮੈਂ ਕਰਾਂਗਾ, ਬਾਕੀ ਵੀ ਸਾਥੀਆਂ ਨੂੰ ਅਪੀਲ ਕਰਾਂਗਾ, ਜੇ ਬਚਣਾ ਰਾਜਨੀਤੀ ਕਰੋ ਕਰੋ ਕਰੋ, ਤਾਂ ਹੀ ਬਚਾਅ ਆ, ਤਾਂ ਹੀ ਅਸੀਂ ਆਪਣੇ ਸੰਸਥਾਨ ਇਹਨਾਂ ਕੋਲ ਲਵਾਂਗੇ, ਤਾਂ ਹੀ ਆ ਜਿਹੜੀਆਂ ਦੋਗਲੀਆਂ ਨੀਤੀਆਂ ਇਹ ਤੋਂ ਜਿਹੜੇ ਬਚਾਅ ਕੀਤਾ ਜਾ ਸਕਦਾ। ਘਰ ਘਰ ਰੋਜ਼ਗਾਰ ਤਾਂ ਕੀ ਦੇਣਾ ਸੀਗਾ, ਪਰ ਪ੍ਰਸ਼ਾਂਤ ਕਿਸ਼ੋਰ ਨੂੰ ਦੁਬਾਰਾ ਰੋਜ਼ਗਾਰ ਜ਼ਰੂਰ ਦਿੱਤਾ ਗਿਆ ਹੈ। ਕਰੋੜਾਂ ਰੁਪਏ ਲੋਕਾਂ ਦੀਆਂ ਜੇਬਾਂ ਵਿੱਚੋਂ ਲੈ ਕੇ ਪਹਿਲਾਂ ਵੀ ਉਸ ਨੂੰ ਦਿੱਤੇ ਗਏ ਤੇ ਹੁਣ ਫੇਰ ਤਿਆਰੀ ਹੈ। ਹਾਲਾਂਕਿ ਕਿਹਾ ਇਹ ਜਾ ਰਿਹਾ ਵੀ 1 ਰੁਪਈਆ ਉਹ ਤਨਖਾਹ ਲਏਗਾ। ਉਹਦਾ ਚਲੋ ਕੈਪਟਨ ਸਾਹਿਬ ਜਾਣਦੇ ਨੇ ਕਿੰਨੇ ਰੁਪਏ ਤਨਖਾਹ ਲਏਗਾ ਟੇਬਲ ਦੇ ਉੱਤਿਓਂ ਤੇ ਕਿੰਨੇ ਰੁਪਏ ਤਨਖਾਹ ਲਏਗਾ ਉਹ ਟੇਬਲ ਦੇ ਥੱਲਿਓਂ। ਲੇਕਿਨ ਪ੍ਰਸ਼ਾਂਤ ਕਿਸ਼ੋਰ ਨੂੰ ਜੇਕਰ ਇਹਨਾਂ ਨੂੰ ਹਾਇਰ ਕਰਨਾ ਪੈ ਰਿਹਾ ਹੈ ਤਾਂ ਇਹ ਸਮਝ ਲਿਆ ਜਾਵੇ, ਲੋਕਾਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਵੀ ਇਹ ਕਿਸੇ ਕੰਮ ਜੋਗੇ ਨਹੀਂ ਰਹੇ। ਇਹਨਾਂ ਨੂੰ ਤਾਂ ਇਹੀ ਨਹੀਂ ਪਤਾ ਸੀ ਲੋਕਾਂ ਦੇ ਵਿੱਚ ਮੁੱਦੇ ਕਿਹੜੇ ਲੈ ਕੇ ਜਾਣੇ ਨੇ। ਇਹਨਾਂ ਨੂੰ ਬੰਦਾ ਇੱਕ ਦਿਹਾੜੀ ਤੇ ਲਿਆਉਣਾ ਪੈਂਦਾ ਹੈ ਜੀ, ਉਹ ਵੀ ਕਰੋੜਾਂ ਰੁਪਏ ਦਿਹਾੜੀ ਤੇ, ਵੀ ਤੂੰ ਦੱਸ ਵੀ ਅਸੀਂ ਲੋਕਾਂ ਕੋਲ ਜਾ ਕੇ ਬੋਲੀਏ ਕੀ। ਇਹੀ ਦੇਖੋ ਕਾਰਪੋਰੇਟ ਘਰਾਣੇ ਆ, ਇਹਨਾਂ ਨਾਲ ਸੈਂਕੜੇ ਕਰੋੜਾਂ ਦੀ ਡੀਲ ਹੁੰਦੀ ਹੈ ਇਲੈਕਸ਼ਨ ਜਿਤਾਉਣ ਦੇ ਲਈ, ਤੇ ਉਹਦੇ ਵਿੱਚ ਪਹਿਲੇ ਵੀ ਪ੍ਰਸ਼ਾਂਤ ਕਿਸ਼ੋਰ ਵੱਲੋਂ ਇਹੋ ਜਿਹੇ ਏਜੰਡੇ ਦਿੱਤੇ ਜਾਂਦੇ ਜੋ ਮਨ ਲੁਭਾਵਣੇ ਹੋਣ, ਜਿਨ੍ਹਾਂ ਨੂੰ ਲੋਕ ਅਟਰੈਕਟ ਹੋਣ। ਸਾਡੀ ਮਾਨਸਿਕਤਾ ਇੰਨੀ ਆ, ਅਸੀਂ ਪੁਰਾਣੇ ਕੀਤੇ ਵਾਅਦੇ ਜੋ ਪੂਰੇ ਨਹੀਂ ਕੀਤੇ ਉਹਦੇ ਬਾਰੇ ਸੋਚਦੇ, ਨਵੇਂ ਵਾਅਦਿਆਂ ਦੇ ਵਿੱਚ ਅਸੀਂ ਫਿਰ ਫਸ ਜਾਂਦੇ। ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ 86.ਕੁਛ% ਜਿਹੜੇ ਵਾਅਦੇ ਪੂਰੇ ਕਰਤੇ। ਕੈਪਟਨ ਸਾਹਿਬ ਇੱਕ ਵਾਅਦਾ ਦੱਸ ਦਿਓ ਜੋ ਤੁਸੀਂ ਮੁਲਾਜ਼ਮਾਂ ਨਾਲ ਪੂਰਾ ਕੀਤਾ। ਮੈਂ ਮੁਲਾਜ਼ਮ ਲੀਡਰ ਹੋਣ ਦੇ ਨਾਤੇ ਤੁਹਾਡੇ ਕੋਲ ਪੁੱਛ ਰਿਹਾ, ਕਿਹੜਾ ਵਾਅਦਾ ਕੀਤਾ? ਡੀਏ ਤੁਸੀਂ ਨਹੀਂ ਦਿੱਤਾ, ਏਰੀਅਰ ਤੁਸੀਂ ਨਹੀਂ ਦਿੱਤੀ, ਪੇ ਕਮਿਸ਼ਨ ਤੁਸੀਂ ਨਹੀਂ ਦਿੱਤਾ, ਪੁਰਾਣੀ ਪੈਨਸ਼ਨ ਤੁਸੀਂ ਨਹੀਂ ਦਿੱਤੀ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ, ਉਲਟਾ ਉਹਨਾਂ ਨੂੰ ਤੁਸੀਂ ਕੁੱਟ ਰਹੇ ਹੋ। ਤੁਸੀਂ ਕਹਿੰਦੇ ਮੈਂ ਵਾਅਦੇ ਪੂਰੇ ਕਰਤੇ। ਇਸ ਹਿਸਾਬ ਨਾਲ ਤੇ ਸਾਡੇ 15% ਵਾਅਦੇ ਰਹਿੰਦੇ ਆ, ਰਹਿ ਗਏ ਬਾਕੀ। ਪਰ ਸਾਨੂੰ ਮਿਲਿਆ ਕੀ? ਜੇ ਸਾਰਾ ਕੁਝ 86% ਸਾਨੂੰ ਦੇ ਦਿੱਤਾ ਤੇ ਸਾਨੂੰ ਦੱਸ ਤੇ ਦਿਓ, ਸਾਨੂੰ ਅਸੀਂ ਇੰਨਾ ਕੁਝ ਦੇ ਦਿੱਤਾ। ਸੋ ਲੋਕ ਸਮਝ ਜਾਣ, ਚਾਹੇ ਕੋਈ ਵੀ ਰਵਾਇਤੀ ਪਾਰਟੀ ਆ, ਇਹਨਾਂ ਸਾਰਿਆਂ ਨੇ ਸਾਡਾ ਘਾਣ ਕਰਨਾ। ਵਾਅਦਿਆਂ ਦੇ ਵਿੱਚ ਨਾ ਫਸੋ, ਸੋਚੋ ਕਿ ਸਾਡਾ ਜਿਹੜਾ ਫਾਇਦਾ ਕਿਵੇਂ ਹੋਣਾ, ਅਸੀਂ ਖੁਦ ਕਰਨਾ। ਦੂਜੇ ਦੇ ਮੋਢੇ ਤੇ ਬੰਦੂਕ ਰੱਖ ਕੇ ਲੜਾਈ ਨਹੀਂ ਜਿੱਤੀ ਜਾਂਦੀ, ਮੋਢਾ ਆਪਣਾ ਚਾਹੀਦਾ। ਪਰਿਵਾਰ ਅਸੀਂ ਆਪ ਆਪਣਾ ਪਾਲਦੇ ਆ, ਉਹਦਾ ਨਿਰਵਾਹ ਕਰਦੇ ਆ। ਸਮਾਜ ਵੀ ਪਰਿਵਾਰ ਆ ਤੇ ਇਹ ਸਮਾਜ ਵੀ ਸਾਨੂੰ ਖੁਦ ਪਾਲਣਾ ਪਊ, ਅੱਗੇ ਆਉਣਾ ਪਊ। ਜਿੰਨੀ ਦੇਰ ਤੱਕ ਇਹਨਾਂ ਲੋਕਾਂ ਦੇ ਉੱਪਰ ਜਿਹੜੇ ਤੁਹਾਨੂੰ ਕੁੱਟ ਰਹੇ ਜਾਬਰ ਲੋਕ ਨੇ, ਬਾਬਰ ਦੀ ਔਲਾਦਾਂ ਨੇ, ਜਿੰਨੀ ਦੇਰ ਤੱਕ ਇਹ ਲੋਕਾਂ ਕੋ
ਤੁਸੀਂ ਖਹਿੜਾ ਨਹੀਂ ਛਡਾਉਂਦੇ, ਇਹਨਾਂ ਦੇ ਉੱਪਰ ਇਹ ਆਸ ਰੱਖੋਗੇ ਕਿ ਇਹ ਤੁਹਾਡਾ ਭਲਾ ਕਰਨਗੇ, ਤੁਹਾਡਾ ਭਲਾ ਨਹੀਂ ਹੋਣਾ। ਇੱਕ ਨਾ ਇੱਕ ਦਿਨ ਆਜ਼ਾਦੀ ਦੀ ਲੜਾਈ ਆਣੀ ਆ, ਉਸ ਤੋਂ ਪਹਿਲੇ ਆਪਾਂ ਸੰਭਲ ਜੀਏ ਤਾਂ ਹੀ ਆਪਾਂ ਜਿਹੜਾ ਬਚ ਸਕਦੇ ਹਾਂ। ਮੇਰਾ ਆਖਰੀ ਸਵਾਲ, ਜੋ ਤੋਹਫਾ ਕੱਲ ਮਿਲਿਆ ਸਾਡੇ ਭੈਣ ਭਰਾਵਾਂ ਨੂੰ, ਤੁਸੀਂ ਤੋਹਫਾ ਲੈਣਾ ਚਾਹੋਗੇ? ਉਹ ਦੇਖੋ ਜੀ, ਉਹਨਾਂ ਨੂੰ ਮਿਲਿਆ, ਸਾਨੂੰ ਮਿਲਿਆ, ਇੱਕ ਹੀ ਗੱਲ ਆ, ਉਹ ਵੀ ਮੁਲਾਜ਼ਮ ਨੇ। ਅੰਦਰ ਤੱਕ ਧੁਰ ਤੱਕ ਇਹ ਆਵਾਜ਼ ਜਾਂਦੀ ਆ ਵੀ ਇਹ ਚੀਜ਼ ਨੂੰ ਰੋਕਣਾ ਬਣਦਾ, ਕਿਹੋ ਜਿਹਾ ਬਲੀਦਾਨ ਦੇਣਾ ਚਾਹੀਦਾ ਹੈ। ਹਰ ਇੱਕ ਦਾ ਮੁੱਦਾ ਸਾਨੂੰ ਬਲੀਦਾਨ ਦੇਣਾ ਪੈਣਾ। ਦੇਖੋ, ਇਸ ਤੋਂ ਪਹਿਲੇ ਮਲੋਟ ਵਿਖੇ ਇੱਕ MLA ਦੇ ਉੱਪਰ ਅਟੈਕ ਹੋਇਆ ਸੀ, ਜਿਹਨੂੰ ਅਸੀਂ ਨਿੰਦਦੇ ਹਾਂ, ਔਰ ਅਖਬਾਰਾਂ ਭਰ ਗਈਆਂ, ਉਹਨੂੰ ਨਿੰਦਿਆ ਗਿਆ, ਨਿੰਦਿਆ ਬਣਨਾ ਵੀ ਸੀ। ਪਰ ਸੋਚ ਕੇ ਦੇਖੋ ਮੇਰੇ ਸਾਥੀਓ, ਦੋਸਤੋ, ਯਾਰੋ, ਮਿੱਤਰੋ, ਨੌਜਵਾਨੋ, ਕਿਤੇ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ, ਕਿਸੇ ਵੀ ਪੋਲੀਟੀਕਲ ਲੀਡਰ ਨੇ ਜਿਹੜਾ ਤੁਹਾਡੇ ਤੇ ਤਸ਼ੱਦਦ ਹੋਇਆ, ਇਹਨੂੰ ਕਿਸੇ ਨੇ ਵੀ ਕੰਡੈਮਡ ਕਿਉਂ ਨਹੀਂ ਕੀਤਾ? ਕਿਉਂ ਨਹੀਂ ਕੀਤਾ? ਕਿਉਂ ਦੋਗਲੀ? ਕੀ ਹੁਣ ਉਹ BJP ਵਾਲਿਆਂ ਨੂੰ ਯਾਦ ਨਹੀਂ ਹੈ ਵੀ ਸਾਡੇ ਨਾਲ ਇੱਥੇ ਹੋਇਆ ਤੇ ਇਹੀ ਆਮ ਲੋਕਾਂ ਤੇ ਹੋਇਆ? ਕਿ ਅਕਾਲੀਆਂ ਨੇ ਆਵਾਜ਼ ਚੱਕੀ? ਕਿ ਬਾਕੀ ਆਮ ਆਦਮੀ ਪਾਰਟੀ ਨੇ ਚੱਕੀ? ਸੋ ਇਹ ਲੋਕ ਸਾਰੇ ਉਸ ਐਲਾਈਟ ਗਰੁੱਪ 'ਚ ਜਾ ਕੇ ਇਹ ਹਿਟਲਰ ਬਣ ਗਏ ਨੇ। ਇਹ ਸੋਚਦੇ ਨੇ ਅਸੀਂ ਸਮਾਜ ਤੋਂ ਵੱਖਰੇ ਨੇ, ਸਾਡੇ ਕੋਲ ਤਾਕਤ ਆ, ਅਸੀਂ ਜੋ ਮਰਜ਼ੀ ਕਰੀਏ, ਜਿਹਦਾ ਸੋਟਾ ਉਹਦੀ ਮੱਝ ਆ। ਸੋ ਇਹ ਚੀਜ਼ ਨੂੰ ਆਪਾਂ ਸੋਟਾ ਹੱਥ 'ਚ ਰੱਖਣਾ ਪਊ, ਮੱਝ ਕਿੱਲੇ ਨਾਲ ਬੰਨਣੀ ਪਊ, ਤਾਂ ਹੀ ਜਿਹੜਾ ਸਾਡਾ ਫਾਇਦਾ ਹੋਊ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੁਖਚੈਨ ਸਿੰਘ ਖਹਿਰਾ ਜੀ ਨੇ ਬਿਲਕੁਲ ਗੱਲ ਇੱਕ ਠੀਕ ਕਹੀ ਹੈ ਬਈ ਜਦੋਂ ਮਲੋਟ ਦੇ ਵਿੱਚ ਜੋ ਵੀ MLA ਜਿਹੜੇ BJP ਤੇ ਸੀ ਉਹਨਾਂ ਦੇ ਨਾਲ ਹੋਇਆ ਹੈ, ਅਰੁਣ ਨਾਰੰਗ ਜੀ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ, ਅਸੀਂ ਵੀ ਨਿੰਦਦੇ ਹਾਂ। ਪਰ ਜੋ ਕੁਝ ਪਟਿਆਲੇ ਵਿੱਚ ਸਾਡੇ ਭੈਣ ਭਰਾਵਾਂ ਦੇ ਨਾਲ ਹੋਇਆ ਹੈ, ਬੇਰੁਜ਼ਗਾਰ ETT ਟੈਟ ਪਾਸ ਅਧਿਆਪਕਾਂ ਦੇ ਨਾਲ ਹੋਇਆ ਹੈ, ਕਿ ਉਹ ਹੋਣਾ ਚਾਹੀਦਾ ਸੀ। ਉਸ ਨੂੰ ਨਿੰਦਣ ਲਈ ਕਿਉਂ ਕਿਸੇ ਸਿਆਸੀ ਲੀਡਰ ਦੀ, ਸਿਆਸੀ ਪਾਰਟੀ ਦੀ ਆਵਾਜ਼ ਨਹੀਂ ਨਿਕਲੀ? ਕਿਉਂ ਉਦੋਂ ਜ਼ੁਬਾਨਾਂ ਤੇ ਤਾਲੇ ਲੱਗ ਕੇ? ਇਹ ਬੜਾ ਵੱਡਾ ਸਵਾਲ ਹੈ, ਸੋਚੋ ਤੁਸੀਂ ਵੀ। ਤੇ ਇੱਕ ਗੱਲ ਹੋਰ ਕਿ ਅਸੀਂ TRP ਲਈ ਕੋਈ ਖਬਰ ਨਹੀਂ ਕਰਦੇ, ਸਾਡੀ ਖਬਰ ਹੁੰਦੀ ਹੈ ਆਵਾਮ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ। ਤੇ ਜੇਕਰ ਤੁਹਾਨੂੰ ਲੱਗਦਾ ਹੈ ਵੀ ਜੋ ਤੋਹਫਾ ਕਾਂਗਰਸ ਸਰਕਾਰ ਨੇ ਡਾਂਗਾਂ ਦੇ ਨਾਲ ਨੀਲ ਪਾ ਕੇ ਨੀਲਾ ਰੰਗ ਦਿੱਤਾ ਹੈ, ਜ਼ਖਮਾਂ ਦੇ ਵਿੱਚੋਂ ਖੂਨ ਕੱਢ ਕੇ ਤੁਹਾਨੂੰ ਲਾਲ ਰੰਗ ਦਾ ਤੋਹਫਾ ਦਿੱਤਾ ਹੈ, ਜੇ ਤੋਹਫਾ ਤੁਸੀਂ ਨਹੀਂ ਲੈਣਾ ਚਾਹੁੰਦੇ ਤੇ ਇਹ ਤੋਹਫਾ ਤੁਸੀਂ ਜ਼ਿੰਦਗੀ 'ਚ ਕਦੇ ਨਹੀਂ ਭੁਲਾਉਣਾ ਚਾਹੁੰਦੇ, ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਫਿਰ ਕਦੇ ਕਿਸੇ ਸਰਕਾਰ ਦੀ, ਕਿਸੇ ਹਾਕਮ ਦੀ ਹਿੰਮਤ ਨਾ ਹੋਵੇ ਕਿ ਸਾਡੇ ਭੈਣ ਭਰਾਵਾਂ ਦੇ ਨਾਲ ਜਾਂ ਸਾਡੇ ਬੱਚਿਆਂ ਦੇ ਨਾਲ ਅਜਿਹਾ ਸਲੂਕ ਕਰ ਸਕਣ। ਦ ਖਬਰਸਾਰ ਚੈਨਲ ਲਈ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੀ ਰਿਪੋਰਟ।